आदाब, सत श्री अकाल। मैं हरमीत बमरा मेलबर्न ਤੋਂ। ਭਾਰਤ ਦਾ ਦੋਸਤ ਅਮਰੀਕਾ जिसने एक दिन पहले ये रिपोर्ट दी है भारत के खिलाफ। उतों के एक सर्वे मुताबिक जिसका नाम CIRF के अकॉर्डिंगली मूव टू वॉच आउट, ये भारत ਲਈ ਉਹਨੇ अपनी रिपोर्ट ਦੇ ਵਿੱਚ ਕਿਹਾ। ਇਹਦੇ ਵਿੱਚ ਹੈ ਕਿ ਮੈਂ ਤੁਹਾਨੂੰ ਉਹ ਦੱਸਾਂਗਾ। ਇਹਦੇ ਵਿੱਚ ਭਾਰਤ ਨੂੰ ਉਹਨੇ ਉਹਨਾਂ ਮੁਲਕਾਂ ਦੇ ਨਾਲ ਮਿਲਾ ਦਿੱਤਾ ਹੈ ਜਿਨ੍ਹਾਂ ਮੁਲਕਾਂ ਦੇ ਵਿੱਚ ਧਾਰਮਿਕ ਆਜ਼ਾਦੀ ਨਹੀਂ ਹੁੰਦੀ ਜਾਂ ਬਹੁਤ ਥੋੜੀ ਹੁੰਦੀ, ਤੇ ਭਾਰਤ ਦਾ ਨਾਮ ਹੁਣ ਉਸ ਮੁਲਕਾਂ ਦੇ ਨਾਲ ਜੋੜ ਦਿੱਤਾ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਆਪਣੇ ਧਰਮ ਦੀ ਆਜ਼ਾਦੀ ਨਹੀਂ ਮਿਲਦੀ। ਇਸ ਕਰਕੇ ਉਹਨੇ ਕਿਹਾ, ਉਹਦੇ ਵਿੱਚ ਲਿਖਿਆ ਹੈ ਮੂਵ ਟੂ ਵਾਚ ਆਊਟ, ਇਹ ਕੰਟਰੀ ਹੈਗੀ ਜਿਹਦੇ ਵਿੱਚ ਉਹ ਰਿਪੋਰਟ ਦੇ ਵਿੱਚ ਕਹਿੰਦੀ ਹੈ ਕਿ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀ ਹੁਣ ਕਾਫੀ ਘਟ ਗਈ ਹੈ, ਖਾਸ ਕਰਕੇ ਮੁਸਲਮਾਨ ਸਮੁਦਾਇ ਦੇ ਵਿੱਚ। ਮੁਸਲਮਾਨ ਸਮੁਦਾਇ ਦੇ ਵਿੱਚ ਕਿਉਂ? ਉਸਨੇ ਉਸ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਮਗਰਲੇ ਕੁਝ ਚਿਰਾਂ ਤੋਂ, ਜੇਕਰ ਆਪਾਂ ਨੋਟ ਕਰੀਏ ਇਸ ਚੀਜ਼ ਨੂੰ, ਕਿ ਉਸਨੇ ਮਗਰਲੇ 3-4 ਸਾਲਾਂ ਦੀ ਗ੍ਰਾਫ ਮੁਸਲਮਾਨਾਂ ਦੇ ਖਿਲਾਫ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ, ਉਸਨੇ ਉਸ ਦੇ ਖਿਲਾਫ ਖਾਸ ਕਰਕੇ ਲਿਖਿਆ ਹੈ। ਫਰਵਰੀ ਦੇ ਵਿੱਚ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਕੀ ਹੋਇਆ ਉਹ ਤੁਸੀਂ ਦੇਖ ਸਕਦੇ ਹੋ। ਇਹ ਤੋਂ ਲੁਕੀ ਛੁਪੀ ਉਹ ਖਬਰ ਨਹੀਂ ਹੈਗੀ, ਪੂਰੇ ਦੁਨੀਆ ਦੇ ਮੀਡੀਆ ਨੇ ਉਸ ਨੂੰ ਦਿਖਾਇਆ। ਇਹ ਸਾਰੀਆਂ ਚੀਜ਼ਾਂ ਉਹਦੇ ਨਾਲ ਹੀ ਜੁੜੀਆਂ, ਜਿਸ ਕਰਕੇ ਹੁਣ ਭਾਰਤ ਦੀ ਤੁਲਨਾ ਉਹਨਾਂ ਨੇ ਕੋਰੀਆ, ਪਾਕਿਸਤਾਨ, ਤਜਾਕਿਸਤਾਨ, ਈਰਾਨ, ਸਾਊਦੀ ਅਰਬ, ਸੀਰੀਆ ਵਰਗੇ ਜਿਹੜੇ ਕਈ ਮੁਲਕ ਹੈਗੇ ਨੇ, ਖਾਸ ਕਰਕੇ ਕਿ ਇਹ ਉਹ ਮੁਲਕ ਨੇ ਜਿਹੜੇ ਕਿ ਪਿਓਰਲੀ ਮੁਸਲਿਮ ਆਬਾਦੀ ਦੇ ਨਾਲ ਹੈਗੇ ਨੇ, ਜਿਨ੍ਹਾਂ ਦੇ ਵਿੱਚ ਦੂਸਰੀਆਂ ਜਿਹੜੀਆਂ ਹੈਗੀਆਂ ਧਰਮ ਉਹ ਬਹੁਤ ਘੱਟ ਹੈਗੇ ਨੇ। ਆਪਾਂ ਲੋਕਾਂ ਨੂੰ ਪਤਾ ਹੀ ਹੈ ਕਿ ਇਸ ਵਾਰੀ ਫਰਵਰੀ 2020 ਦੇ ਵਿੱਚ ਦਿੱਲੀ 'ਚ ਹੋਰ ਜਗ੍ਹਾ ਦੇ ਵੀ ਕਿਸ ਤਰੀਕੇ ਨਾਲ ਕੀ ਕੰਮ ਹੋਇਆ ਤੇ ਕੀ ਕੁਝ ਹੋਇਆ। ਮੈਂ ਹੁਣ ਇਸ ਗੱਲ ਤੇ ਆਉਣਾ ਕਿ ਇਹ ਰਿਪੋਰਟ ਸੱਚ ਹੈ ਜਾਂ ਨਹੀਂ। ਜੇਕਰ ਅਸੀਂ ਇਸ ਦੀ ਤੁਲਨਾ ਕਰੀਏ ਕਿ ਇਸ ਰਿਪੋਰਟ ਵਿੱਚ ਜੋ ਕੁਝ ਕਿਹਾ ਗਿਆ ਉਹ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ ਹੈ, ਇਸ ਰਿਪੋਰਟ ਦਾ ਪੂਰੀ ਤਰ੍ਹਾਂ ਸਮਰਥਨ ਤਾਂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਰਿਪੋਰਟ ਦੇ ਵਿੱਚ ਜਿਹੜੇ ਦੂਸਰੇ ਮੁਲਕਾਂ ਦੇ ਨਾਲ ਉਹਨੇ ਤੁਲਨਾ ਕੀਤੀ ਹੈ, ਭਾਰਤ ਉਹਨਾਂ ਦੇ ਨਾਲ ਤਾਂ ਨਹੀਂ ਕਿਸੇ ਵੀ ਹਾਲਤ 'ਚ ਖੜਾ। ਮਗਰ ਕੁਝ ਹੱਦ ਤੱਕ ਇਹਦੇ ਵਿੱਚ ਸੱਚਾਈ ਵੀ ਹੈਗੀ ਹੈ, ਜਿਹੜੀ ਕਿ ਮਗਰਲੇ ਕੁਝ ਹੀ ਚਿਰਾਂ ਦੇ ਅੰਦਰ ਆਪਾਂ ਨੂੰ ਦੇਖਣ ਨੂੰ ਮਿਲੀ ਹੈ, ਖਾਸ ਕਰਕੇ ਮੁਸਲਮਾਨ ਸਮੁਦਾਇ ਦੇ ਪ੍ਰਤੀ ਬਹੁਤ ਜ਼ਿਆਦਾ ਵਧੀਕੀਆਂ ਉਹ ਦੇਖਣ ਨੂੰ ਮਿਲਦੀਆਂ ਨੇ। ਜੇਕਰ ਸਿਰਫ ਫਰਵਰੀ ਵਾਲਾ ਹੀ ਕੇਸ ਲੈ ਲਿਆ ਜਾਏ, ਦਿੱਲੀ ਦੇ ਵਿੱਚ ਜੋ ਕੁਝ ਹੋਇਆ ਉਹ ਇਸ ਚੀਜ਼ ਦਾ ਪ੍ਰਮਾਣ ਕਰਦਾ ਕਿ ਇਹ ਚੀਜ਼ਾਂ ਹੋ ਰਹੀਆਂ ਹਨ। ਇੱਕ ਰਿਪੋਰਟ ਸਾਹਮਣੇ ਆਈ ਹੈ ਜਿਹਦੇ ਵਿੱਚ BJP ਦੇ ਸਾਂਸਦ ਸੁਰੇਸ਼ ਤਿਵਾਰੀ, ਜਿਨ੍ਹਾਂ ਨੇ ਆਪਣੇ ਲੋਕਾਂ ਨੂੰ, ਆਪਣੇ ਹਲਕੇ ਦੇ ਲੋਕਾਂ ਨੂੰ, ਉਹਨਾਂ ਨੇ ਕਿਹਾ ਕਿ ਮੁਸਲਮਾਨ ਤੋਂ ਸਬਜ਼ੀ ਨਹੀਂ ਲੈਣੀ। BJP ਦੀ ਸਰਕਾਰ ਦਿੱਲੀ ਦੇ ਵਿੱਚ ਹੈਗੀ ਹੈ। ਜੇਕਰ ਇੱਕ BJP ਨੇਤਾ ਇਹ ਮੈਸੇਜ ਆਪਣੇ ਹਲਕੇ 'ਚ ਦਿੰਦਾ ਕਿ ਇੱਕ ਮੁਸਲਮਾਨ ਤੋਂ ਤੁਸੀਂ ਸਬਜ਼ੀ ਨਹੀਂ ਲੈਣੀ, ਇਸ ਦਾ ਮਤਲਬ ਕੀ ਕੱਢਿਆ ਜਾਏਗਾ? ਇਹਨਾਂ ਚੀਜ਼ਾਂ ਕਰਕੇ ਹੀ ਇਹ ਰਿਪੋਰਟ ਆਈ ਹੈ। ਇਹ ਇੱਕ ਉਹ BJP ਦੇ ਨੇਤਾ ਦਾ ਨਾਮ ਮੈਂ ਲਿੱਤਾ, ਸੁਰੇਸ਼ ਤਿਵਾੜੀ, ਜਿਨ੍ਹਾਂ ਦੀ ਵੀਡੀਓ ਸਾਹਮਣੇ ਆ ਗਈ ਹੈ। BJP ਹਾਈਕਮਾਨ ਨੇ ਇਸ ਦਾ ਕਾਰਨ ਦੱਸੋ ਨੋਟਿਸ ਵੀ ਉਹਨਾਂ ਨੂੰ ਜਾਰੀ ਕੀਤਾ ਵੀ ਇਹ ਕਿਉਂ ਲਫ਼ਜ਼ ਬੋਲੇਗੇ ਤੇ ਇਹਨਾਂ ਦੇ ਮਗਰ ਕੀ ਕਾਰਨ ਸੀਗਾ। ਨੇਤਾ ਜੀ ਹੁਣ ਅੱਜ ਕੱਲ੍ਹ ਵੈਸੇ ਸਫਾਈ ਦੇ ਰਹੇ ਨੇ ਆਪਣੀ, ਮਗਰ ਲਫ਼ਜ਼ ਉਹ ਬੋਲ ਚੁੱਕੇ ਨੇ, ਉਹ ਆਪਣਾ ਤੀਰ ਛੱਡ ਚੁੱਕੇ ਨੇ। ਹੁਣ ਉਹਨਾਂ ਤੋਂ ਬਾਅਦ ਹੋਰ ਸ਼ਹਿਰਾਂ ਦੇ ਕਈ ਜਗ੍ਹਾ ਦੇ ਉੱਤੇ ਇੱਕ ਆਮ ਨਾਗਰਿਕ ਆਉਂਦੇ ਜਾਂਦੇ ਸਬਜ਼ੀ ਵਾਲੇ ਨੂੰ ਇਹ ਪਹਿਲੇ ਪੁੱਛਦਾ ਹੈ ਕਿ ਤੂੰ ਮੁਸਲਮਾਨ ਹੈ, ਹਿੰਦੂ ਹੈ, ਜਾਂ ਅੱਜ ਕੱਲ੍ਹ ਉੱਥੇ ਸਬਜ਼ੀ ਵਾਲਿਆਂ ਨੇ ਆਪਣੇ ਸਬਜ਼ੀ ਦੇ ਠੇਲੇ, ਰੇਹੜੀ ਦੇ ਉੱਤੇ ਝੰਡੇ ਲਗਾਏ ਹੋਏ ਨੇ ਜੈ ਸ਼੍ਰੀ ਰਾਮ, ਜਿਸ ਦੇ ਨਾਲ ਉਹ ਪ੍ਰਮਾਣ ਦੇ ਸਕੇ ਕਿ ਉਹ ਹਿੰਦੂ ਹੈ। ਹਾਲਤ ਇੱਥੋਂ ਤੱਕ ਵਿਗੜ ਚੁੱਕੇ ਨੇ ਕਿ ਜਿਹੜੇ ਮੁਸਲਮਾਨ ਵੀ ਹੈਗੇ ਨੇ ਉਹਨਾਂ ਨੂੰ ਆਪਣਾ ਨਾਮ ਹਿੰਦੂ ਦੱਸ ਕੇ, ਹਿੰਦੂ ਦਾ ਕੋਈ ਨਾਮ ਰੱਖ ਕੇ ਫਿਰ ਆਪਣੀ ਸਬਜ਼ੀ ਵੇਚਣੀ ਪੈਂਦੀ ਹੈ। ਇਹੋ ਜਿਹੇ ਮੁਲਕ ਦਾ ਅਗਰ ਜਦੋਂ ਨਾਮ ਇਸ ਦੇ ਵਿੱਚ ਆਉਂਦਾ ਹੈ ਕਿ ਇਹ ਜਿਹੜਾ ਮੁਲਕ ਹੈਗਾ ਲੋਕਾਂ ਨੂੰ ਆਪਣਾ ਧਰਮ ਦੀ ਆਜ਼ਾਦੀ ਘੱਟ ਰਹੀ ਹੈ, ਫਿਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਰਹਿ ਜਾਂਦੀ ਕਿ ਇਹ ਰਿਪੋਰਟ ਗਲਤ ਹੈ ਜਾਂ ਨਹੀਂ। ਇਹ ਲੱਗਦਾ ਹੈ ਕਿ ਇਹ ਰਿਪੋਰਟ ਬਿਲਕੁਲ ਸਹੀ ਹੈ, ਮਗਰ ਜਿਨ੍ਹਾਂ ਮੁਲਕਾਂ ਦੇ ਨਾਲ ਇਸ ਰਿਪੋਰਟ ਨੂੰ ਜੋੜਿਆ ਗਿਆ
ਉਸ ਦੇ ਹਿਸਾਬ ਨਾਲ ਇਹ ਰਿਪੋਰਟ ਗਲਤ ਹੈ। ਮਗਰ ਇਹਦੇ 'ਚ ਬਹੁਤ ਹੱਦ ਤੱਕ ਸੱਚਾਈ ਹੈ। ਇਹਦੇ ਤੋਂ ਇਲਾਵਾ ਮੁੰਬਈ ਦੇ ਲਾਗੇ ਮਹਾਰਾਸ਼ਟਰ ਦੇ ਵਿੱਚ 2 ਸਾਧੂ ਰਾਤ ਦੇ ਟਾਈਮ ਤੇ ਕਿਸੇ ਜਗ੍ਹਾ ਤੋਂ ਆ ਰਹੇ ਸਨ ਆਪਣੀ ਜੀਪ ਦੇ ਉੱਤੇ, ਤੇ ਇੱਕ ਹਜੂਮ ਉਸਨੇ ਉਹਨਾਂ ਨੂੰ ਰੋਕ ਕੇ ਡਾਂਗਾ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਸਿਰਫ ਇਹ ਕਿ ਉਹ ਬੱਚੇ ਚੁੱਕਣ ਆਉਂਦੇ ਨੇ ਜਾਂ ਚੋਰ ਸਮਝ ਕੇ, ਕੋਈ ਲਾਅ ਐਂਡ ਆਰਡਰ ਨਹੀਂ, ਡਾਂਗਾ ਨਾਲ ਮਾਰ ਕੇ ਉਹਨਾਂ ਨੂੰ ਉੱਥੇ ਹੀ ਖਤਮ ਕਰ ਦਿੱਤਾ। ਹੁਣ ਚੱਕਰ ਇਹ ਹੈਗਾ ਕਿ ਇੱਥੇ ਲਾਅ ਐਂਡ ਆਰਡਰ ਕੌਣ ਦੇਗਾ? ਇਹ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲਾਅ ਐਂਡ ਆਰਡਰ ਨੂੰ ਬਣਾ ਕੇ ਰੱਖਣਾ। ਬੇਸ਼ੱਕ ਉਹ ਫਰਵਰੀ 'ਚ ਦਿੱਲੀ ਵਾਲਾ ਕਾਂਡ ਹੋਵੇ, ਬੇਸ਼ੱਕ ਇਹ ਸਾਧੂਆਂ ਦੀ ਹੱਤਿਆ ਹੋਵੇ, ਬੇਸ਼ੱਕ ਉਹ ਸੁਰੇਸ਼ ਤਿਵਾਰੀ ਅਗਰ ਲਾਅ ਐਂਡ ਆਰਡਰ ਹੋਵੇਗਾ, ਇਹ ਸਾਰੇ ਯਾਨੀ ਇੱਕ ਸਿਸਟਮ 'ਚ ਰਹਿਣਗੇ। ਲਾਅ ਐਂਡ ਆਰਡਰ ਹੀ ਨਹੀਂ ਹੈ ਉੱਥੇ। ਇਸ ਦੇ ਕਾਰਨ ਇਹ ਘਟਨਾਵਾਂ ਵਾਪਰਦੀਆਂ। ਜਦੋਂ ਲਾਅ ਐਂਡ ਆਰਡਰ ਪਿੱਛੋਂ ਸਖਤੀ ਦਾ ਨੋਟਿਸ ਨਹੀਂ ਲਏਗਾ ਤੇ ਇਹ ਚੀਜ਼ਾਂ ਨੂੰ ਹੋਰ ਬਲ ਮਿਲਦਾ ਕੰਮ ਕਰਨ ਨੂੰ। ਇਸੇ ਤਰੀਕੇ ਨਾਲ ਤੁਸੀਂ ਆਮ ਤੌਰ ਤੇ ਹੁਣ ਮਗਰਲੇ ਕੁਝ ਦਿਨਾਂ ਤੋਂ ਵੀਡੀਓ ਦੇਖਦੇ ਪਏ ਹੋ ਕਿ ਹਰੇਕ ਆਉਂਦਾ ਜਾਂਦਾ ਬੰਦਾ ਸਬਜ਼ੀ ਵਾਲੇ ਨੂੰ, ਨਾਈ ਨੂੰ, ਹੋਰ ਇਹੋ ਜਿਹੇ ਛੋਟੇ ਮੋਟੇ ਨੂੰ ਇਹ ਪੁੱਛ ਰਿਹਾ ਹੈ ਕਿ ਤੂੰ ਮੁਸਲਮਾਨ ਹੈ ਜਾਂ ਹਿੰਦੂ ਹੈ। ਉਹੀ ਕਾਰਨ ਹੈਗਾ ਕਿ ਲਾਅ ਐਂਡ ਆਰਡਰ ਦੇ ਵਿੱਚ ਬਹੁਤ ਜ਼ਿਆਦਾ ਢਿੱਲ ਹੈਗੀ। ਅਗਰ ਲਾਅ ਐਂਡ ਆਰਡਰ ਇੱਕ ਸਖਤ ਸਰਕਾਰ ਦਾ ਸਖਤ ਰਵੱਈਆ ਹੋਵੇ ਇਸ ਦੇ ਉੱਤੇ ਕਿ ਕੋਈ ਬੰਦਾ ਇੱਕ ਦੂਜੇ ਆਂਦੇ ਜਾਂਦੇ ਬੰਦੇ ਨੂੰ ਖਰੀਦਣਾ, ਵੇਚਣਾ, ਮਿਲਣਾ, ਮਗਰ ਉਹਦੇ ਤੋਂ ਪਹਿਲੇ ਉਸ ਕਿਸੇ ਨੂੰ ਇਹ ਵੀ ਪੁੱਛਣਾ ਕਿ ਤੇਰੀ ਜਾਤ ਕੀ ਹੈ, ਤੂੰ ਹਿੰਦੂ ਹੈ ਜਾਂ ਮੁਸਲਮਾਨ ਹੈ। ਅਸੀਂ ਕੋਈ ਵੀ ਹੱਕ ਨਹੀਂ ਰੱਖਦੇ ਕਿਸੇ ਵੀ ਦੇਸ਼ ਦਾ ਨਾਗਰਿਕ ਹੋਵੇ ਕਿ ਕਿਸੇ ਨਾਲ ਕੋਈ ਵੀ ਡੀਲ ਕਰਨ ਤੋਂ ਪਹਿਲੇ ਅਸੀਂ ਉਸ ਨੂੰ ਇਹ ਪੁੱਛੀਏ ਕਿ ਤੂੰ ਹਿੰਦੂ ਹੈ ਜਾਂ ਸਿੱਖ ਹੈ ਜਾਂ ਮੁਸਲਿਮ ਹੈ ਜਾਂ ਈਸਾਈ ਹੈ। ਨਾਰਾ ਹੁਣ ਉਹ ਉੱਥੇ ਉਹ ਬਿਲਕੁਲ ਸੱਚ ਨਹੀਂ ਰਿਹਾ। ਹਿੰਦੂ, ਮੁਸਲਿਮ, ਸਿੱਖ, ਈਸਾਈ ਹਮ ਆਪਸ ਵਿੱਚ ਭਾਈ ਭਾਈ। ਹੁਣ ਤੁਸੀਂ ਇਹ ਨਾਰਾ ਉੱਥੇ ਨਹੀਂ ਦੇਖਦੇ। ਹੁਣ ਜੈ ਸ਼੍ਰੀ ਰਾਮ ਦੇ ਨਾਰੇ ਦੇਖਦੇ ਹੋ, ਮਗਰ ਇਹ ਨਾਰਾ ਖਤਮ ਹੋ ਗਿਆ। ਇਹ ਨਾਰੇ ਦੇ ਨਾਲ ਲੋਕਾਂ ਨੂੰ ਦਬਾਇਆ ਜਾ ਰਿਹਾ ਕਿਉਂਕਿ ਹੁਣੇ ਕਈਆਂ ਦੇ ਇਹ ਕੋਵਿਡ ਤੋਂ ਪਹਿਲੇ ਇਹ ਵੀ ਬਿਆਨ ਹੈਗੇ ਸਨ ਕਿ ਹਿੰਦੁਸਤਾਨ ਹਿੰਦੂਆਂ ਦਾ। ਇਸ ਤੋਂ ਇਹਦੇ ਉੱਤੇ, ਇਸ ਬਿਆਨ ਦੇ ਉੱਤੇ ਵੀ ਕਾਫੀ ਚਰਚਾ ਹੋਈ, ਕਾਫੀ ਵਿਵਾਦ ਹੋਇਆ, ਮਗਰ ਹਜੇ ਵੀ ਅੰਦਰ ਖਾਤੇ ਇਹ ਹੀ ਕਿਹਾ ਜਾ ਰਿਹਾ। ਸਾਨੂੰ ਲੋਕਾਂ ਨੂੰ ਬੜੇ ਧਿਆਨ ਨਾਲ ਦੇਖਣ ਦੀ ਲੋੜ ਹੈ, ਆਪਣਾ ਪੜ੍ਹਿਆ ਲਿਖਿਆ ਵਿਚਾਰਨ ਦੀ ਲੋੜ ਹੈ। ਇਸ ਦੇ ਉੱਤੇ ਕੋਈ ਜਾਤੀਵਾਦ, ਕੋਈ ਧਰਮਵਾਦ, ਕੋਈ ਵੀ ਨਹੀਂ ਆਉਣਾ ਚਾਹੀਦਾ। ਖਾਸ ਕਰਕੇ ਇੱਕ ਉਸ ਮੁਲਕ ਦੇ ਵਿੱਚ ਜਿੱਥੇ ਕਿ 1.4 ਬਿਲੀਅਨ ਦੀ ਆਬਾਦੀ ਹੋਵੇ, ਕਿਉਂਕਿ ਇਸ ਮੁਲਕ ਨੂੰ ਕੋਵਿਡ ਤਾਂ ਨਹੀਂ ਮਾਰ ਸਕਦਾ, ਮਗਰ ਇਸ ਮੁਲਕ ਨੂੰ ਜਾਤੀਵਾਦ, ਧਰਮਵਾਦ ਬੜੀ ਹੀ ਜਲਦੀ ਮਾਰ ਸਕਦਾ, ਜੋ ਕਿ ਇਹ ਅੱਗ ਮਗਰਲੇ ਕੁਝ ਚਿਰਾਂ ਤੋਂ ਲਗਾਈ ਜਾ ਰਹੀ ਹੈ ਤੇ ਇਸ ਨੂੰ ਲਾਅ ਐਂਡ ਆਰਡਰ ਨੇ ਕਦੀ ਖਤਮ ਵੀ ਨਹੀਂ ਕੀਤਾ ਤੇ ਬੁਝਾਉਣ ਦਾ ਕਦੀ ਕੰਮ ਵੀ ਨਹੀਂ ਕੀਤਾ। ਸੋ ਇਹ ਜੋ ਰਿਪੋਰਟ ਸੀਗੀ CIRF ਦੀ ਅਮਰੀਕਾ ਤੋਂ, ਇਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਕਿਉਂਕਿ ਇਹ ਰਿਪੋਰਟ ਹੁਣ ਅਗਲੇ ਕੁਝ ਦਿਨਾਂ ਤੋਂ ਇੰਡੀਆ ਦੇ ਵਿੱਚ ਹਰੇਕ ਮੀਡੀਆ ਦੇ ਚਰਚਾ ਦਾ ਵਿਸ਼ਾ ਰਹੇਗਾ ਕਿ ਅਮਰੀਕਾ ਨੇ ਇਹ ਰਿਪੋਰਟ ਕਿਉਂ ਦਿੱਤੀ, ਕਿਵੇਂ ਦਿੱਤੀ, ਕਿਹਦੇ ਲਈ ਦਿੱਤੀ, ਕੀ ਕਾਰਨ ਸੀ ਇਹਦੇ ਮਗਰ। ਇੱਦਾਂ ਤਾਂ ਅਸੀਂ ਹੈ ਹੀ ਨਹੀਂ, ਇੱਦਾਂ ਦਾ ਇਹ ਮੁਲਕ ਹੈ ਨਹੀਂ। ਮਗਰ ਤੁਸੀਂ ਮਗਰਲੇ 3-4 ਸਾਲ ਦੀਆਂ ਰਿਪੋਰਟ ਦੇਖੋਗੇ, 3-4 ਸਾਲ ਦੇ ਮੀਡੀਆ ਦੀਆਂ ਨਿਊਜ਼ ਦੇਖੋਗੇ, ਹੋਈਆਂ ਵਾਰਦਾਤਾਂ ਦੇਖੋਗੇ, ਦੇਖੋ ਕਿ ਕਿਹੜੇ ਸਮੁਦਾਇ ਦੇ ਖਿਲਾਫ ਜ਼ਿਆਦਾ ਵਾਰਦਾਤਾਂ ਹੋਈਆਂ, ਕਿਹਨਾਂ ਦੇ ਖਿਲਾਫ ਜ਼ਿਆਦਾ ਕੇਸਿਸ ਬਣੇ ਨੇ, ਕਿਹਨਾਂ ਦੇ ਨਾਲ ਵਧੀਕੀਆਂ ਹੋਈਆਂ, ਤਾਂ ਤੁਹਾਨੂੰ ਸਮਝ ਲੱਗੇਗੀ ਕਿ ਇਹ ਰਿਪੋਰਟ ਕਿੰਨੀ ਕੁ ਸੱਚ ਹੈ ਤੇ ਕਿੰਨੀ ਕੁ ਨਹੀਂ। ਇਹ ਤੁਸੀਂ ਆਪ ਹੀ ਅੰਦਾਜ਼ਾ ਲਾਓ ਤੇ ਆਪ ਹੀ ਦੱਸੋ ਕਿ ਇਸ ਰਿਪੋਰਟ ਦਾ ਸਮਰਥਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਜਿਹੜੀ ਕਿ ਇਹ ਕਹਿੰਦੀ ਹੈ ਕਿ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀ ਹੁਣ ਕਾਫੀ ਘਟ ਗਈ ਹੈ ਤੇ ਘਟਦੀ ਲਗਾਤਾਰ ਜਾ ਰਹੀ ਹੈ। ਇਸ ਦੇ ਨਾਲ ਹੀ ਮੈਂ ਹਰਮੀਤ ਬਮਰਾ